जप आद सचे जुगाद सचे है भी सचे नानके होसी भी सचे। सोचे सोच न होवई जे सोची लखवार। चुपै चुप न होवई जे लाहे रहाल उतार। भुखया भुख ना उतरी जे बन्ना पुरिया भार। सहज सियाण पालख होए तो एक ना चले नाल। क्यों सचियारा होइए क्यों कूड़े टुटे पाल। हुक्म रजाई चलना नानक लिखिया नाल। धन गुरु नानक देव जी महाराज ਦੀ ਪਹਿਲੀ ਲੰਬੀ ਬਾਣੀ ਦਾ ਨਾਮ ਜਪ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਹਿਲੀ ਬਾਣੀ ਦਾ ਨਾਮ ਜਪ ਹੈ। ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਇਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਮੰਗਲਾਚਰਨ ਹੈ। ਜਪਜੀ ਸਾਹਿਬ ਦਾ ਮੰਗਲਾਚਰਨ ਹੈ। ਸਾਰੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਇਹ ਮੰਗਲਾਚਰਨ ਵੱਡੇ ਰੂਪ ਦੇ ਗਾਲਬਨ 33 ਦਫਾ ਆਇਆ ਹੈ ਔਰ ਛੋਟੇ ਰੂਪ ਵਿੱਚ ਸੈਂਕੜੇ ਦਫਾ ਆਇਆ ਹੈ। ਭਾਰਤੀ ਧਾਰਮਿਕ ਦੁਨੀਆ ਦੀ ਆਪਣੀ ਇੱਕ ਪਰੰਪਰਾ ਰਹੀ ਹੈ। ਜਦ ਵੀ ਕੋਈ ਰਿਸ਼ੀ ਮੁਨੀ ਆਤਮ ਗਿਆਨੀ ਕਿਸੇ ਧਰਮ ਗ੍ਰੰਥ ਦੀ ਰਚਨਾ ਕਰਦਾ ਸੀ तो मंगलाचरण वो लाजमी करता से और अक्सर मंगलाचरण सुरस्ती दा ही होंदा से। चली आ रही एक धारणा है कि सिद्धि दाता गणेश है और बुद्धि दाता सुरस्ती है। लिहाजा ये मनोत भारती मन ਵਿੱਚ ਬੜੀ ਗਹਿਰੀ ਹੈ ਕਿ ਸਾਰਾ ਗਿਆਨ ਸੁਰਸਤੀ ਤੋਂ ਆਉਂਦਾ ਹੈ। ਸਾਰੇ ਪਦਾਰਥ ਗਣੇਸ਼ ਤੋਂ ਆਉਂਦੇ ਨੇ। ਗਣੇਸ਼ ਸਿੱਧੀ ਦਾਤਾ ਹੈ, ਸੁਰਸਤੀ ਬੁੱਧੀ ਦਾਤਾ ਹੈ। ਸੰਗੀਤਕਾਰ, ਕਲਾਕਾਰ, ਦਾਰਸ਼ਨਿਕ, ਫਿਲਾਸਫਰ, ਕਵੀ ਲੋਕ ਸੁਰਸਤੀ ਦੀ ਵੰਦਨਾ ਕਰਦੇ ਨੇ। ਪਰ ਕਿਸੇ ਕਾਰਜ ਦੀ ਸਿੱਧੀ ਲਈ, ਮਕਾਨ ਦੀ ਉਸਾਰੀ ਲਈ, ਕਾਰੋਬਾਰ ਦੇ ਚਲਾਉਣ ਲਈ ਅਕਸਰ ਲੋਕ ਗਣੇਸ਼ ਦਾ ਪੂਜਨ ਕਰਦੇ ਨੇ। ਮਨੁੱਖ ਨੂੰ ਦੋ ਹੀ ਚੀਜ਼ਾਂ ਚਾਹੀਦੀਆਂ ਨੇ, ਸਿੱਧ ਔਰ ਬੁੱਧ, ਪਦਾਰਥ ਔਰ ਗਿਆਨ। ਅਗਰ ਪਦਾਰਥ ਪ੍ਰਮਾਤਮਾ ਤੋਂ ਬਿਨਾਂ ਵੀ ਪ੍ਰਾਪਤ ਹੋ ਸਕਦਾ ਹੈ ਤੇ ਗਿਆਨ ਵੀ ਪ੍ਰਮਾਤਮਾ ਤੋਂ ਬਿਨਾਂ ਪ੍ਰਾਪਤ ਹੋ ਸਕਦਾ ਹੈ ਤਾਂ ਫਿਰ ਪ੍ਰਮਾਤਮਾ ਤੋਂ ਕੁਝ ਵੀ ਨਾ ਹੋਇਆ। ਅਗਰ ਪੂਰਾ ਦਿਨ ਕਿਸੇ ਦੀਵੇ ਨਾਲ ਵੀ ਹੋ ਸਕਦਾ ਹੈ ਤਾਂ ਸੂਰਜ ਦੀ ਤੇ ਲੋੜ ਹੀ ਨਹੀਂ ਹੈ। ਔਰ ਇਸੇ ਤਰੀਕੇ ਦੇ ਨਾਲ ਕਿਸੇ ਇੱਕ ਵਿਅਕਤੀ ਤੋਂ ਹੀ, ਚਾਹੇ ਉਹ ਦੇਵਤਾ ਹੈ, ਪਦਾਰਥਾਂ ਦੀ ਪੂਰਤੀ ਹੋ ਸਕਦੀ ਹੈ ਤਾਂ ਪਰਮਾਤਮਾ ਦੀ ਤੇ ਫਿਰ ਲੋੜ ਵੀ ਨਹੀਂ ਹੈ। ਗੁਰਮਤਿ ਦਾ ਜ਼ਮਾਨਾ ਆਇਆ, आपने ऐलानिया किया सिद्ध ते बुद्ध परमात्मा तो प्राप्त होंदी है। परमात्मा ते ज्ञान इन्हां दोहां दा दाता अकाल पुरख है। तो धन गुरु नानक देव जी महाराज मंगलाचरण भी परमात्मा दा करदे ने। एक ओंकार तो लैके गुरप्रसाद तक ये मंगलाचरण है। परमात्मा दा मंगल है, ईश्वर दा मंगल है। ईश्वर दी उपमा है और सब कुछ दा
ਉਹੀ ਦਾਤਾ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਇੱਥੇ ਤੱਕ ਕਹਿੰਦੇ ਨੇ, ਮੈਂ ਨਾ ਗਣੇਸ਼ ਹੈ ਪ੍ਰਥਮ ਮਨਾਉ, ਕਿਸ਼ਨ ਬਿਸ਼ਨ ਕਬ ਹੋ ਨਹੀਂ ਧਿਆਉ, ਕਾਨ ਸੁਨੇ ਪਹਿਚਾਨ ਨ ਤਿਨ ਸੋ, ਲਿਉ ਲਾਗੀ ਮੋਰੀ ਪਗ ਇਨਸੋ। ਇਹ ਸਾਰੀਆਂ ਦਾਤਾਂ ਉਸੇ ਇੱਕ ਦਾਤੇ ਦੇ ਹੱਥ 'ਚ ਨੇ। ਦਾਤੇ ਦਾਤ ਰਖੀ ਹੱਥ ਆਪਣੇ, ਜਿਸ ਭਾਵੇ ਸੋ ਦੇਈ। ਗੁਰੂ ਨਾਨਕ ਦੇਵ ਜੀ ਮਹਾਰਾਜ ਐਲਾਨੀਆਂ ਕਹਿੰਦੇ ਨੇ, ਭਾਈ ਰੇ ਮਤ ਕੋਈ ਜਾਣੋ, ਅਵਰ ਕਿਸੀ ਕੇ ਕਿਛ ਹਾਥ ਹੈ, ਸਭ ਕਰੇ ਕਰਾਇਆ, ਜਰਾ ਮਰਾ ਤਾਪ ਸਿਰਤ ਸਾਪ, ਸਭ ਹਰ ਕੇ ਵਸ ਹੈ, ਲਾਗ ਸਕੇ ਨਾ ਬਿਨ ਹਰ ਕੇ ਲਾਇਆ। ਤੋ ਮੰਗਲਾ ਚਰਨ ਅਕਾਲ ਪੁਰਖ ਦਾ ਹੈ, ਪਰਮਾਤਮਾ ਦਾ ਹੈ। ਇਹ ਮੰਗਲਾ ਚਰਨ ਇੱਕ ਓੰਕਾਰ ਤੋਂ ਆਰੰਭ ਹੋ ਕੇ ਪ੍ਰਸਾਦ ਤੇ ਸਮਾਪਤ ਹੁੰਦਾ ਹੈ। ਪ੍ਰਸਾਦ ਤੋਂ ਬਾਅਦ ਦੋ ਡੰਡੀਆਂ ਨੇ, ਦੋ ਡੰਡੀਆਂ ਦਾ, ਦੋ ਲਾਈਨਾਂ ਦਾ, ਦੋ ਲਕੀਰਾਂ ਦਾ। ਇਹ ਮਤਲਬ ਹੈ ਕਿ ਇੱਕ ਸੈਂਟੈਂਸ ਪੂਰਾ ਹੋ ਗਿਆ, ਇੱਕ ਵਾਕ ਪੂਰਾ ਹੋ ਗਿਆ। ਅੱਗੋਂ ਜਪ ਹੈ। ਜਪ ਦੇ ਪਹਿਲੇ ਵੀ ਦੋ ਡੰਡੀਆਂ ਨੇ, ਬਾਅਦ ਦੇ ਵਿੱਚ ਵੀ ਦੋ ਡੰਡੀਆਂ ਨੇ। ਭਾਵ ਜਪ ਨਾ ਉੱਪਰ ਸੰਬੰਧਿਤ ਹੈ ਮੰਗਲਾ ਚਰਨ ਨਾਲ, ਨਾ ਥੱਲੇ, ਸਿਰਫ ਬਾਣੀ ਦਾ ਨਾਮ ਹੈ। ਜੈਸੇ 12 ਮਾਹ ਬਾਣੀ ਦਾ ਨਾਮ ਹੈ, ਸੁਖਮਨੀ ਬਾਣੀ ਦਾ ਨਾਮ ਹੈ। ਸਤਕਾਰ ਵਜੋਂ ਅਸੀਂ ਸੁਖਮਨੀ ਸਾਹਿਬ ਕਹਿੰਦੇ ਹਾਂ। ਤੋ ਬਾਣੀ ਦਾ ਨਾਮ ਹੈ ਸੁਖਮਨੀ, ਬਾਣੀ ਦਾ ਨਾਮ ਹੈ ਸਿੱਧ ਗੋਸ਼ਟ, ਪੱਠਾਂ ਦੇ ਸੋਈਏ, ਗਾਥਾ, ਹੁਨੇ ਛੰਦ। ਇਹ ਬਾਣੀਆਂ ਦੇ ਅਲੱਗ-ਅਲੱਗ ਨਾਮ ਨੇ। ਤੋ ਪਹਿਲੀ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਹਿਲੀ ਬਾਣੀ, ਜੋ ਧੰਨ ਗੁਰੂ ਨਾਨਕ ਦੇ ਕੰਠ ਤੋਂ ਪ੍ਰਗਟ ਹੋਈ, ਉਸ ਬਾਣੀ ਦਾ ਨਾਮ ਜਪ ਹੈ। ਅੱਗੇ ਸ਼ਲੋਕ ਹੈ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇਹਨੂੰ ਸ਼ਲੋਕ ਦੇ ਰੂਪ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਕਾਇਦਾ ਸੁਖਮਨੀ ਸਾਹਿਬ ਦੇ ਦਰਜ ਕੀਤਾ ਹੈ। ਸ਼ਲੋਕ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਜੋ ਕਾਵਿ ਸ਼ੈਲੀ ਨੂੰ ਸਮਝਦੇ ਨੇ ਉਹਨਾਂ ਨੂੰ ਇੱਕਦਮ ਪਤਾ ਚੱਲ ਜਾਂਦਾ ਹੈ ਇਹ ਸ਼ਲੋਕ ਹੈ, ਇਹ ਦੋਹਾ ਹੈ, ਇਹ ਪਦਾ ਹੈ, ਔਰ ਇਹ ਛੰਦ ਹੈ, ਇਹ ਕਵਿਤ ਹੈ, ਇਹ ਸਵਈਆ ਹੈ। ਜੈਸੇ ਉਰਦੂ ਫਾਰਸੀ ਸ਼ਾਇਰੀ ਦੇ ਵਿੱਚ ਗਜ਼ਲ ਹੈ, ਨਜ਼ਮ ਹੈ, ਕਿੱਤਾ ਹੈ, ਰਵਾਈ ਹੈ, ਹੂ ਬਹੂ ਇਸੇ ਤਰ੍ਹਾਂ ਸਾਡੇ ਦੇਸ਼ ਦੀ ਕਾਵਿ ਸ਼ੈਲੀ ਵਿੱਚ ਤਰ੍ਹਾਂ ਤਰ੍ਹਾਂ ਦੇ ਪਦੇ ਨੇ, ਔਰ ਬਕਾਇਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਆਏ ਨੇ। ਦੋ ਪਦਾ, ਤ੍ਰਿਪਦਾ, ਚੌਪਦਾ, ਪੰਚਪਦਾ, ਅਸ਼ਟਪਦੀਆਂ ਤੱਕ ਤਰ੍ਹਾਂ ਤਰ੍ਹਾਂ ਦੇ ਛੰਦ ਨੇ, ਦੋਹੇ ਨੇ, ਸ਼ਲੋਕ ਨੇ, ਕਵਿਤ ਨੇ, ਸਵਈਏ ਨੇ, ਪੌੜੀਆਂ ਨੇ। ਇਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਕਵਿਤਾ ਦੇ ਇਹ ਸਾਰੇ ਅੰਗ ਮਿਲਦੇ ਨੇ। ਪਰਮਾਤਮਾ ਮਹਾਨ ਕਲਾਕਾਰ ਹੈ। ਜਦ ਵੀ ਕਿਸੇ ਦੀ ਸੁਰਤ ਉਸ ਪ੍ਰਭੂ ਨਾਲ ਜੁੜਦੀ ਹੈ ਤਾਂ ਉਹ ਵੀ ਮਹਾਨ ਕਲਾਕਾਰ ਹੋ ਜਾਂਦਾ ਹੈ। ਸੰਗੀਤ ਉਸ ਦੀਆਂ ਗਹਿਰਾਈਆਂ ਚੋਂ ਨਿਕਲਦਾ ਹੈ, ਕਵਿਤਾ ਉਸ ਦੇ ਰੋਮ ਰੋਮ ਦੇ ਚੋਂ ਨਿਕਲਦੀ ਹੈ, ਗਿਆਨ ਉਸ ਦੇ ਹਰ ਬੋਲ ਦੇ ਚ ਆਉਂਦਾ ਹੈ, ਨਾਮ ਰਸ ਉਸ ਦੇ ਰੋਮ ਰੋਮ ਦੇ ਚ ਆਉਂਦਾ ਹੈ। ਤੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਪਹਿਲੀ ਬਾਣੀ ਆਪਣੇ ਕੰਠ ਤੋਂ ਉਚਾਰਨ ਕਰਦੇ ਨੇ, ਉਸ ਦਾ ਨਾਮ ਜਪ ਹੈ। ਸ਼ਲੋਕ ਇਹ ਜਪਜੀ ਸਾਹਿਬ ਦਾ ਪਹਿਲਾ ਸ਼ਲੋਕ ਹੈ। ਇੱਕ ਅਖੀਰ ਦੇ, ਇੱਕ ਪਹਿਲੇ। ਅਖੀਰਲੇ ਸ਼ਲੋਕ ਦੇ ਉੱਤੇ ਲਿਖਤੀ ਹੈ ਸ਼ਲੋਕ, ਪਹਿਲੇ ਸ਼ਲੋਕ ਦੇ ਉੱਤੇ ਲਿਖਤੀ ਨਹੀਂ ਹੈ। ਲੇਕਿਨ ਕਵਿਤਾ ਨੂੰ ਸਮਝਣ ਵਾਲੇ ਇੱਕਦਮ ਸਮਝਦੇ ਨੇ ਇਹ ਸ਼ਲੋਕ ਹੈ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਸੰਸਕ੍ਰਿਤ ਦਾ ਜੋ ਸੱਤ ਹੈ, ਪੰਜਾਬੀ ਵਿੱਚ ਉਹ ਸੱਚ ਆਖਿਆ ਜਾਂਦਾ ਹੈ, ਉਰਦੂ ਵਿੱਚ ਉਹ ਸੱਚ ਆਖਿਆ ਜਾਂਦਾ ਹੈ। ਉਸ ਈਸ਼ਵਰ ਨੂੰ ਭਾਰਤ ਦੇ ਮਨੀਸ਼ ਨੇ ਸੱਤ ਕਰਕੇ ਆਖਿਆ। ਉਹ ਸੱਤ ਹੈ, ਸਦੀਵੀ ਹੈ।
ਇਸ ਵਾਸਤੇ ਜਿੱਥੇ ਬੈਠ ਕੇ ਉਸ ਪਰਮਾਤਮਾ ਦੀ ਵਿਚਾਰ ਹੋਵੇ, ਕੀਰਤਨ ਹੋਵੇ, ਅਸੀਂ ਉਸ ਨੂੰ ਸਤਸੰਗ ਕਹਿੰਦੇ ਹਾਂ। ਉਹਨਾਂ ਪੁਰਖਾਂ ਦਾ ਇਕੱਠ ਜੋ ਸਤ ਦੀ ਸੰਗਤ ਕਰਨ ਆਏ ਨੇ, ਸਤ ਨਾਲ ਸੰਗ ਕਰਨਾ ਚਾਹੁੰਦੇ ਨੇ। ਸਤ ਈਸ਼ਵਰ ਆਦਿ ਸੱਚ, ਉਹ ਆਦਿ ਹੈ, ਸੰਸਾਰ ਦਾ ਆਦ ਹੈ, ਜਗਤ ਦਾ ਆਦ ਹੈ। ਉਹ ਮੂਲ ਹੈ, ਉਹ ਜੋ ਸੱਚ ਹੈ, ਆਦਿ ਹੈ। ਜੁਗਾਦ ਸੱਚ, ਉਸ ਸਮੇਂ ਤੋਂ ਵੀ ਪਹਿਲੇ, ਅਜੇ ਯੁਗਾਂ ਦੀ ਬਣਤਰ ਆਰੰਭ ਨਹੀਂ ਹੋਈ ਸੀ, ਅਜੇ ਸਮੇਂ ਦੀ ਧਾਰਾ ਨਹੀਂ ਚੱਲੀ ਸੀ। ਉਹ ਸੱਚ ਉਦੋਂ ਵੀ ਸੀ। ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ। ਹੁਣ ਵਰਤਮਾਨ ਦੇ ਚ ਵੀ ਉਹੀ ਹੈ। ਨਾਨਕ ਹੋਸੀ ਵੀ ਸੱਚ, ਅਗਾਂ ਭਵਿਸ਼ ਦੇ ਚ ਵੀ ਉਹੀ ਹੋਵੇਗਾ, ਉਹੀ ਸੱਚ ਹੋਵੇਗਾ। ਉਹ ਸਦੀਵੀ ਹੈ, ਅਨਾਦਿ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸ਼ਲੋਕ ਦੇ ਦੱਸਦੇ ਨੇ, ਸੱਚ ਅਨਾਦਿ ਹੈ, ਈਸ਼ਵਰ ਅਨਾਦਿ ਹੈ। ਉਸਦੇ ਆਦ ਅੰਤ ਦਾ ਕੋਈ ਪਤਾ ਨਹੀਂ। ਕੋਈ ਨਾ ਜਾਣੇ ਤੇਰਾ ਕੇਤਾ ਕੇਵੜ ਚੀਰਾ, ਤੇਰਾ ਚੋਲਾ ਕਿੰਨਾ ਕੁ ਵੱਡਾ ਹੈ, ਤੂੰ ਕਿੱਥੋਂ ਸ਼ੁਰੂ ਹੋਣਾ ਹੈ, ਕਿੱਥੇ ਖਤਮ ਹੋਣਾ ਹੈ, ਇਹ ਕੋਈ ਵੀ ਨਹੀਂ ਜਾਣਦਾ, ਕੋਈ ਵੀ ਨਹੀਂ ਜਾਣਦਾ। ਐਸਾ ਜਿਹੜਾ ਸੱਚ ਹੈ, ਉਸ ਨੂੰ ਕਿਵੇਂ ਪ੍ਰਾਪਤ ਕਰੀਏ? ਸੱਚ ਹੋਏ ਬਿਨਾ ਸੱਚ ਦੀ ਪ੍ਰਾਪਤੀ ਨਹੀਂ। ਸਜਾਤੀ ਮੇਲ ਹੁੰਦਾ ਹੈ। ਪਾਣੀ ਵਿੱਚ ਪਾਣੀ ਮਿਲਾਇਆ ਜਾ ਸਕਦਾ ਹੈ, ਪਾਣੀ ਤੇ ਤੇਲ ਦਾ ਕੋਈ ਮੇਲ ਨਹੀਂ ਹੈ। ਸੁਗੰਧ ਵਿੱਚ ਸੁਗੰਧ ਮਿਲਾਈ ਜਾ ਸਕਦੀ ਹੈ, ਸੁਗੰਧ ਤੇ ਦੁਰਗੰਧ ਦਾ ਕੋਈ ਮੇਲ ਨਹੀਂ। ਪ੍ਰਕਾਸ਼ ਦੇ ਵਿੱਚ ਹੋਰ ਪ੍ਰਕਾਸ਼ ਕੀਤਾ ਜਾ ਸਕਦਾ ਹੈ, ਪ੍ਰਕਾਸ਼ ਤੇ ਅੰਧਕਾਰ ਦਾ ਕੋਈ ਮੇਲ ਨਹੀਂ। ਸਚਿਆਰ ਹੋਏ ਬਿਨਾ ਸੱਚ ਦੀ ਪ੍ਰਾਪਤੀ ਨਹੀਂ ਹੋ ਸਕਦੀ। तो किस तरह सचियार होइए, क्यों सचियारा होइए, क्यों कूड़े टुटे पाल। ये कूड़ दी पाल किस तरह टुटे और सचियार किवें होइए? इसका जवाब भी गुरु नानक देव जी महाराज ने दिता है कि अज तक सचियार होने दे जो साधन भारत दे ऋषि मुनिया ने अपनाए, धन गुरु नानक देव जी महाराज बकायदा उन्हां दा भी जिक्र करते हैं। सच की प्राप्ति क्यों नहीं हो रही? प्रथम भारत दे मनीष का यह कहना है, मन मैला है, इस करके सच की प्राप्ति नहीं। दूसरा, मन चुप नहीं करता, ये सुनता ही नहीं, ये श्रोता बनता ही नहीं, बोली जाता है, बोली जाता है, बोली जाता है। तीसरा, मन कदी तृप्त नहीं होता, रजदा ही नहीं। और चौथा, मन इको ही गलती बार बार करता है, बार बार करता है, बार बार करता है। ये कारण सामने आए कि सच की प्राप्ति क्यों नहीं? मन मैला है, मन चुप नहीं करता, मन तृप्त नहीं होता, और मन इको ही गलती बार बार करी जाता है, बार बार करी जाता है। तो इसका जो समाधान लभ्या, भारत दे ऋषि मुनिया ने तीर्थां दे इशनान नाल मन दी मैल धुल जाएगी। पर प्रथम सवाल पैदा होता है, मन दी मैल की है? मैल ये पाप मनते ने, ते पाप 10 मनते ने। 3 पाप मन दे, 3 पाप तन दे, 4 पाप बाणी दे, रसना दे। मिथ्या बोलना, फिक्का बोलना, कौड़ा बोलना और व्यर्थ बोलना, ये बाणी दे 4 दोख मन्ने गए, पाप मन्ने गए। फिक्का बोलना, कौड़ा बोलना, मिथ्या बोलना, व्यर्थ बोलना। मन दे 3 पाप ये मन्ने गए, किसे दे तन बारे बुरा सोचना, किसे दे धन बारे बुरा
ਸੋਚਣਾ ਔਰ ਕਿਸੇ ਦੇ ਮਾਲ ਅਸਬਾਬ ਬਾਰੇ ਬੁਰਾ ਸੋਚਣਾ, ਕਿਸੇ ਦੇ ਧਨ ਨੂੰ ਖੋਣ ਦੀ ਇੱਛਾ, ਕਿਸੇ ਦੀ ਇੱਜ਼ਤ ਨੂੰ ਲੁੱਟਣ ਦੀ ਇੱਛਾ ਔਰ ਕਿਸੇ ਦੀ ਜਾਨ ਨੂੰ ਖੋਣ ਦੀ ਇੱਛਾ, ਐਸੀ ਜਿਹੜੀ ਸੋਚਣੀ ਹੈ ਇਹ ਮਨ ਦਾ ਪਾਪ ਹੈ। ਪਰ ਕਿਸੇ ਦਾ ਧਨ ਖੋਹ ਲੈਣਾ, ਕਿਸੇ ਦੀ ਜਾਨ ਖੋਹ ਲੈਣੀ, ਕਿਸੇ ਦੀ ਇੱਜ਼ਤ ਖੋਹ ਲੈਣੀ, ਇਹ ਤਿੰਨ ਪਾਪ ਤਨ ਦੇ ਨੇ, ਤਿੰਨ ਪਾਪ ਮਨ ਦੇ ਨੇ, ਚਾਰ ਪਾਪ ਜ਼ਬਾਨ ਦੇ ਨੇ। ਜੀਵਨ ਭਰ ਚੁੱਕੇ ਪਾਪ ਰਿਪੀਟ ਹੁੰਦੇ ਰਹਿੰਦੇ ਨੇ, ਦੁਹਰਾਏ ਜਾਂਦੇ ਨੇ ਬਾਰ-ਬਾਰ, ਤਾਂ ਇਹ ਲੱਖਾਂ ਕਰੋੜਾਂ ਪਾਪ ਹੋ ਜਾਂਦੇ ਨੇ। ਕਿਉਂਕਿ ਮਨੁੱਖ ਮਿੱਥਿਆ ਇੱਕ ਦਫਾ ਨਹੀਂ ਬੋਲਦਾ, ਰੋਜ਼-ਰੋਜ਼ ਬੋਲਦਾ ਹੈ। ਮਨੁੱਖ ਕੋੜਾ ਇੱਕ ਦਿਨ ਨਹੀਂ ਬੋਲਦਾ, ਜੀਵਨ ਭਰ ਬੋਲਦਾ ਹੈ। ਮਨੁੱਖ ਵਿਅਰਥ ਵੀ ਸਾਰੀ ਜ਼ਿੰਦਗੀ ਬੋਲਦਾ ਹੈ ਔਰ ਮਨੁੱਖ ਫਿੱਕਾ ਵੀ ਸਾਰੀ ਜ਼ਿੰਦਗੀ ਬੋਲਦਾ ਹੈ। ਇਸੇ ਤਰੀਕੇ ਨਾਲ ਮਨ ਤੇ ਤਨ ਦੇ ਤਲ ਤੇ ਵੀ ਇਹ ਪਾਪ ਦੁਹਰਾਏ ਜਾਂਦੇ ਨੇ। ਤਾਂ ਇਹ ਲੱਖਾਂ ਕਰੋੜਾਂ ਬਣ ਜਾਂਦੇ ਨੇ। ਕਿਉਂਕਿ ਮਨ ਦੇ ਤਲ ਦੇ ਇਹ ਪਾਪ ਸਮਾਜ ਤੇ ਕਾਨੂੰਨ ਦੀ ਪਕੜ ਤੋਂ ਵੀ ਬਾਹਰ ਆਉਂਦੇ ਨੇ। ਇਸ ਵਾਸਤੇ ਮਨ ਦੇ ਦੋਖ ਵੱਧਦੇ ਹੀ ਜਾਂਦੇ ਨੇ, ਵੱਧਦੇ ਹੀ ਜਾਂਦੇ ਨੇ। ਮਨ ਬੁਰਾ ਸੋਚੀ ਜਾਂਦਾ ਹੈ ਕਿਸੇ ਦੀ ਜਾਨ ਬਾਰੇ, ਕਿਸੇ ਦੀ ਇੱਜ਼ਤ ਬਾਰੇ ਔਰ ਕਿਸੇ ਦੀ ਧਨ ਤੇ ਸੰਪਦਾ ਬਾਰੇ। ਤੋ ਇਸ ਤਰ੍ਹਾਂ ਇਹ 10 ਦੋਖ ਨੇ। ਐਸਾ ਖਿਆਲ ਸੀ ਭਾਰਤ ਦੇ ਮਨੀਸ਼ ਦਾ ਕਿ ਤੀਰਥਾਂ ਦੇ ਇਸ਼ਨਾਨ ਕਰਨ ਦੇ ਨਾਲ ਇਹ 10 ਪਾਪ ਧੁੱਲ ਜਾਂਦੇ ਨੇ। ਬਕਾਇਦਾ ਐਲਾਨੀਆ ਐਸਾ ਆਖਿਆ ਜਾਂਦਾ ਸੀ, ਕੁੰਭ ਦੇ ਇਸ਼ਨਾਨ ਨਾਲ, ਕੁੰਭੀ ਦੇ ਇਸ਼ਨਾਨ ਨਾਲ, ਮਾਘ ਦੇ ਇਸ਼ਨਾਨ ਨਾਲ, ਮਾਘੀ ਦੇ ਇਸ਼ਨਾਨ ਨਾਲ, 68 ਤੀਰਥਾਂ ਦੇ ਇਸ਼ਨਾਨ ਨਾਲ ਇਹ 10 ਪਾਪ ਧੁੱਲ ਜਾਂਦੇ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਸੋਚ ਹੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਜੇ ਲੱਖਾਂ ਦਫਾ ਵੀ ਤੀਰਥਾਂ ਦਾ ਇਸ਼ਨਾਨ ਕੀਤਾ ਜਾਏ ਔਰ ਦਿਨ ਰਾਤ ਕੀਤਾ ਜਾਏ, ਸੋਚ ਕਰੇ ਦਿਨ ਅਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ। ਇਸ ਤਰ੍ਹਾਂ ਦੇ ਇਸ਼ਨਾਨ ਕਰਨ ਦੇ ਨਾਲ ਮਨ ਦੇ ਜੋ ਬੁਰਾਈਆਂ ਚੱਲਦੀਆਂ ਨੇ, ਜੋ ਪਾਪ ਚੱਲਦੇ ਨੇ, ਇਹ ਨਹੀਂ ਧੁੱਲਦੇ। ਮਨ ਬੁਰਾ ਸੋਚਦਾ ਹੀ ਰਹਿੰਦਾ ਹੈ, ਬਲਕਿ ਇਸ਼ਨਾਨ ਕਰਦਿਆਂ ਵੀ ਸੋਚਦਾ ਰਹਿੰਦਾ ਹੈ, ਤੀਰਥਾਂ ਤੇ ਵੀ ਸੋਚਦਾ ਰਹਿੰਦਾ ਹੈ ਔਰ ਬੜੇ ਬੜੇ ਠੱਗ ਤੀਰਥਾਂ ਤੇ ਵੀ ਰਹਿੰਦੇ ਨੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਬੜਾ ਕੀਮਤੀ ਵਾਕ, ਤੀਰਥ ਨਾਮਣ ਜਾਓ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਗੁਰ ਗਿਆਨ ਸਾਚਾ ਥਾਨ ਤੀਰਥ, 10 ਪੁਰਬ ਸਦਾ ਦਸਾਹਰਾ। 10 ਪੁਰਬ ਸਦਾ ਦਸਾਹਰਾ, ਇਹ ਜੋ 10 ਪੁਰਬ ਨੇ, ਚੰਦਰਮਾ ਤੇ ਸੂਰਜ ਦੇ ਸੰਗਰਾਂਦ ਹੈ, ਸੂਰਯ ਗ੍ਰਹਿਣ ਹੈ, ਇਤਵਾਰ ਚਾਨਣਾ ਹੈ, ਮਸਿਆ ਹੈ, ਪੁਨਿਆ ਹੈ, ਏਕਮ ਥਿਤ ਹੈ, ਇਤਿਆਦਿਕ। ਇਹ ਜੋ 10 ਪੁਰਬ ਨੇ, ਇਹਨਾਂ ਦੇ ਇਸ਼ਨਾਨ ਕਰਨ ਨਾਲ, ਤੀਰਥਾਂ ਤੇ ਇਸ਼ਨਾਨ ਕਰਨ ਨਾਲ 10 ਪਾਪ ਧੁੱਲ ਜਾਂਦੇ ਨੇ। ਸਾਹਿਬ ਕਹਿੰਦੇ ਨੇ, ਗੁਰੂ ਗਿਆਨ ਸਾਚਾ ਥਾਨ ਤੀਰਥ, 10 ਪੁਰਬ ਸਦਾ ਦਸਾਹਰਾ। ਗੁਰੂ ਦਾ ਗਿਆਨ ਤੇ ਪ੍ਰਭੂ ਦਾ ਨਾਮ ਹੀ ਸੱਚਾ ਤੀਰਥ ਹੈ ਔਰ ਇਹੀ 10 ਪੁਰਬ ਨੇ ਔਰ ਇਸੇ ਨਾਲ ਹੀ ਪਾਪ ਧੁੱਲਦੇ ਨੇ, 10 ਦੋਖ ਧੁੱਲਦੇ ਨੇ। ਮਨ ਬੁਰਾ ਸੋਚਣੋਂ ਹਟ ਜਾਂਦਾ ਹੈ, ਤਨ ਬੁਰਾ ਕਰਦਾ ਨਹੀਂ ਔਰ ਰਸਨਾ ਤੋਂ ਮਿੱਠੇ ਹੀ ਬੋਲ ਨਿਕਲਦੇ ਨੇ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਤੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਤੀਰਥਾਂ ਦੇ ਇਸ਼ਨਾਨ ਕਰਨ ਨਾਲ ਪਾਪਾਂ ਦੀ ਮੈਲ ਮਨ ਤੋਂ ਨਹੀਂ ਧੁੱਲਦੀ। ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਦੂਸਰਾ ਸਾਧਨ ਇਹ ਅਪਣਾਇਆ ਗਿਆ ਮਨ ਨੂੰ ਚੁੱਪ ਕਰਾਉਣ ਦਾ, ਵੀ ਰਸਨਾ ਨਾਲ ਵੀ ਚੁੱਪ ਕਰ ਜਾਈਏ, ਮੌਨ ਧਾਰਨ ਕਰ ਲਈਏ। ਆਖਿਰ ਇੱਕ ਦਿਨ ਮਨ ਵੀ ਚੁੱਪ ਕਰ ਜਾਏਗਾ। तो गुरु नानक देव जी महाराज कहते चुप है चुप ना हो वही
जे लाए रहा लिवतार। जे लंबा भी मौन धारण कर लईए ਤਾਂ ਵੀ ਮਨ ਚੁੱਪ ਨਹੀਂ ਕਰਦਾ। ਔਰ ਧਰਮ ਦੀ ਸਾਰੀ ਸਾਧਨਾ ਮਨ ਨੂੰ ਚੁੱਪ ਕਰਾਉਣ ਵਾਸਤੇ, ਜਿਸ ਦਿਨ ਮਨ ਚੁੱਪ ਕਰਦਾ ਹੈ, ਬ੍ਰਹਿਮੰਡ ਦੇ ਵਿੱਚ ਪ੍ਰਭੂ ਦਾ ਨਾਦ ਸੁਣਾਈ ਦਿੰਦਾ ਹੈ, ਠਾਕੁਰ ਹਮਰਾ ਸਦ ਬੋਲੰਤਾ। ਪਰ ਸੁਣਾਈ ਤਾਂ ਦੇਵੇ, ਚੁੱਪ ਕਰੇ। ਮਨ ਚੁੱਪ ਨਹੀਂ ਕਰਦਾ। ਮਨ ਚੁੱਪ ਕਰ ਸਕੇ, ਇਹਦੇ ਲਈ ਸਾਧਨਾ ਜੋ ਪੁਰਾਣੀ ਜੁਟਾਈ ਗਈ, ਵੀ ਮਨੁੱਖ ਮੌਨ ਧਾਰਨ ਕਰ ਲਵੇ, ਜ਼ਬਾਨ ਨਾਲ ਵੀ ਨਾ ਬੋਲੇ, ਤੇ ਇੱਕ ਦਿਨ ਮਨ ਚੁੱਪ ਕਰ ਜਾਏਗਾ। ਸਾਹਿਬ ਕਹਿੰਦੇ ਨਹੀਂ, ਚੁੱਪ ਹੈ ਚੁੱਪ ਨਾ ਹੋ ਬਈ, ਜੇ ਲਾਹ ਰਹਾ ਲਿਵਤਾਰ। ਲੰਬਾ ਮੌਨ ਇੱਕ ਲਿਵਤਾਰ ਧਾਰਨ ਕਰੀਏ ਤਾਂ ਵੀ ਮਨ ਚੁੱਪ ਨਹੀਂ ਕਰਦਾ। ਮਨ ਬੋਲੀ ਜਾਂਦਾ ਹੈ, ਮਨ ਬੋਲੀ ਜਾਂਦਾ ਹੈ, ਮਨ ਬੋਲੀ ਜਾਂਦਾ ਹੈ। ਤੀਸਰੀ ਸਮੱਸਿਆ ਇਹ ਹੈ, ਮਨ ਤ੍ਰਿਪਤ ਹੀ ਨਹੀਂ ਆਉਂਦਾ। ਨਾ ਲੱਖਾਂ ਤੋਂ ਤ੍ਰਿਪਤ ਆਉਂਦਾ, ਨਾ ਕਰੋੜਾਂ ਤੋਂ, ਨਾ ਅਰਬਾਂ ਖਰਬਾਂ ਤੋਂ। ਸਹਿਜ ਖਟੇ ਲਖ ਕੋ ਉਠਦਾ ਆਵੇ, ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ। ਮਨ ਦਾ ਸੁਭਾਅ ਹੀ ਨਹੀਂ ਹੈ ਤ੍ਰਿਪਤ ਹੋਣਾ। ਤੋ ਇਹਦੀ ਤ੍ਰਿਪਤੀ ਲਈ ਇੱਕ ਤੌਰ ਤਰੀਕਾ ਆਰੰਭ ਹੋਇਆ ਸੀ। ਮਨ ਪਹਿਲੀ ਅਵਸਥਾ ਜੋ ਕੁਝ ਮੰਗਦਾ ਹੈ ਦਿਓ। ਤੋ ਕਿਧਰੇ ਮਨ ਵਿੱਚ ਇਹ ਭਾਵਨਾ ਨਾ ਆਵੇ ਤੇ ਪਾਪ ਹੈ, ਤੇ ਇਹ ਸਭ ਕੁਝ ਮੰਦਰਾਂ ਵਿੱਚ ਕਰੋ। ਮੰਦਰ ਦੇਵਦਾਸੀਆਂ ਦੇ ਅਖਾੜੇ ਬਣ ਗਏ, ਮੰਦਿਰ ਸ਼ਰਾਬ ਤੇ ਕਬਾਬ ਦੇ ਅਖਾੜੇ ਬਣ ਗਏ, ਦੁਰਾਚਾਰ ਦੇ ਅੱਡੇ ਬਣ ਗਏ। ਇਹ ਸਭ ਕੁਝ ਕਰੋ ਜੋ ਮਨ ਮੰਗਦਾ ਹੈ। ਇੱਕ ਦਿਨ ਮਨ ਰੱਜ ਜਾਏਗਾ, ਔਰ ਰੱਜਿਆ ਹੋਇਆ ਮਨ ਹੀ ਪ੍ਰਭੂ ਚਿੰਤਨ ਕਰ ਸਕਦਾ ਹੈ, ਉਂਝ ਨਹੀਂ। ਗੁਰੂ ਨਾਨਕ ਇਸ ਦਾ ਉੱਤਰ ਦਿੰਦੇ ਨੇ, ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਅਨੰਤ ਪੁਰੀਆਂ ਦੇ ਪਦਾਰਥਾਂ ਦੇ ਭਾਰ ਵੀ ਪ੍ਰਾਪਤ ਹੋ ਜਾਣ ਤਾਂ ਵੀ ਮਨ ਤ੍ਰਿਪਤ ਨਹੀਂ ਹੁੰਦਾ। ਪਦਾਰਥਾਂ ਨਾਲ ਮਨ ਤ੍ਰਿਪਤ ਹੋ ਸਕੇ, ਮਨ ਦਾ ਐਸਾ ਸੁਭਾਅ ਹੀ ਨਹੀਂ ਹੈ, ਮਨ ਤ੍ਰਿਪਤ ਨਹੀਂ ਹੁੰਦਾ। ਚੌਥੀ ਸਮੱਸਿਆ ਇਹ ਸੀ ਕਿ ਮਨ ਇੱਕੋ ਹੀ ਗਲਤੀ ਬਾਰ-ਬਾਰ ਕਰੀ ਜਾਂਦਾ ਹੈ, ਬਾਰ-ਬਾਰ ਕਰੀ ਜਾਂਦਾ ਹੈ, ਜੀਵਨ ਭਰ ਕਰੀ ਜਾਂਦਾ ਹੈ। ਇਸ ਦਾ ਇਲਾਜ ਇਹ ਲੱਭਿਆ ਗਿਆ, ਸ਼ਾਸਤਰਾਂ ਦਾ ਅਧਿਐਨ, ਵੇਦਾਂ ਦਾ ਪਾਠ, ਧਰਮ ਗ੍ਰੰਥਾਂ ਦੀ ਸੂਝ-ਬੂਝ, ਅਰਥ ਬੋਧ, ਇਹ ਸਾਰੀ ਸਿਆਣਪ, ਹਰ ਤਰ੍ਹਾਂ ਦੀ ਵਿਦਿਆ ਇਕੱਠੀ ਕੀਤੀ ਜਾਏ ਤਾਂ ਇੱਕ ਦਿਨ ਮਨ ਗਲਤੀਆਂ ਤੋਂ ਰਹਿ ਜਾਂਦਾ ਹੈ, ਭਾਵ ਭੁੱਲਣਾ ਨਹੀਂ ਕਰਦਾ। ਸਾਹਿਬ ਕਹਿੰਦੇ ਨੇ, ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਇਸ ਤਰ੍ਹਾਂ ਦੀ ਵਿਦਿਆ, ਇਸ ਤਰ੍ਹਾਂ ਦੀ ਸਿਆਣਪ ਇੱਕ ਨਹੀਂ, ਲੱਖਾਂ ਤਰ੍ਹਾਂ ਦੀ ਇਕੱਠੀ ਕੀਤੀ ਜਾਏ। ਜਦ ਕਿ ਕਹਿੰਦੇ ਨੇ ਵਿਦਿਆ 64 ਪ੍ਰਕਾਰ ਦੀ ਹੈ, ਮਹਾਰਾਜ ਕਹਿੰਦੇ ਲੱਖਾਂ ਤਰ੍ਹਾਂ ਦੀ ਕੀਤੀ ਜਾਏ। ਦਾਰਸ਼ਨਿਕ ਬਣ ਜਾਏ, ਮਨੁੱਖ ਕਵੀ ਬਣ ਜਾਏ, ਸੰਗੀਤਕਾਰ ਬਣ ਜਾਏ, ਫਿਲਾਸਫਰ ਬਣ ਜਾਏ, ਮਹਾਗਿਆਨੀ ਬਣ ਜਾਏ, ਬਹੁਤ ਸੂਝਵਾਨ ਬਣ ਜਾਏ, ਮਹਾਨ ਵਿਗਿਆਨਕ ਬਣ ਜਾਏ, ਤਾਂ ਵੀ ਮਨ ਭੁੱਲਣਾ ਤੋਂ ਬਾਸ ਨਹੀਂ ਆਉਂਦਾ। ਬੁਰਾ ਸੋਚੀ ਜਾਂਦਾ ਹੈ, ਸੋਚੀ ਜਾਂਦਾ ਹੈ, ਸੋਚੀ ਜਾਂਦਾ ਹੈ। ਇਸ ਤਰ੍ਹਾਂ ਮਨ ਗਲਤੀਆਂ ਤੋਂ ਬਾਸ ਨਹੀਂ ਆਉਂਦਾ। ਸਹਿਜ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਪ੍ਰਾਚੀਨ ਜੋ ਸਾਧਨ ਅਪਣਾਏ ਗਏ, ਧੰਨ ਗੁਰੂ ਨਾਨਕ ਉਸ ਨਾਲ ਸਹਿਮਤ ਨਹੀਂ ਹੋਏ, ਔਰ ਗੁਰਮਤ ਇੱਥੋਂ ਨਿਆਰੀ ਹੋਈ। ਸਤਿਗੁਰ ਆਪ ਪ੍ਰਸ਼ਨ ਖੜਾ ਕਰਦੇ ਨੇ, ਕਿਉਂ ਸਚਿਆਰਾ ਹੋਈਏ, ਕਿਉਂ ਕੂੜੈ ਟੁੱਟੇ ਪਾਲ। ਫਿਰ ਕਿਸ ਤਰ੍ਹਾਂ ਸਚਿਆਰ ਬਣੀਏ, ਤੇ ਇਹ ਕੂੜ ਦੀ ਕੰਧ ਕਿਸ ਤਰ੍ਹਾਂ ਟੁੱਟੇ। ਮਹਾਰਾਜ ਕਹਿੰਦੇ ਨੇ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਹੁਕਮ ਦੀ ਰਜ਼ਾ ਵਿੱਚ ਚੱਲਣਾ, ਹੁਕਮ ਨੂੰ ਮੰਨਣਾ, ਬਸ ਇਸ ਨਾਲ ਹੀ ਮਨ ਨਿਰਮਲ ਹੋ ਜਾਂਦਾ ਹੈ, ਮਨ ਚੁੱਪ ਕਰ ਜਾਂਦਾ ਹੈ, ਮਨ ਤ੍ਰਿਪਤ ਹੋ ਜਾਂਦਾ ਹੈ, ਔਰ ਮਨ ਇੱਕੋ ਹੀ ਗਲਤੀ ਬਾਰ-ਬਾਰ ਨਹੀਂ ਕਰਦਾ। ਤਾਂ ਇੱਕ ਪ੍ਰਸ਼ਨ ਖੜਾ ਹੋਵੇਗਾ, ਹੁਕਮ ਕੀ ਹੈ? ਹੁਕਮ ਨੂੰ ਸਮਝਣਾ ਪਏਗਾ। ਜਪਜੀ ਸਾਹਿਬ ਦੀਆਂ 3 ਪੌੜੀਆਂ ਦੇ ਹੁਕਮ ਦੀ ਵਿਚਾਰ ਹੈ। ਪਹਿਲੀ ਪੌੜੀ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਇਹ ਜਪਜੀ ਸਾਹਿਬ ਦੀ ਪਹਿਲੀ ਪੌੜੀ। दूसरी पौड़ी, हुक्मे अंदर सबको, बाहर हुक्म ना कोई।
नानक हुक्मे जे बुझे ताहों में कहे न खोए। तीसरी पौड़ी, हुक्मी हुक्म चलाए राहो नानक विकसे वे परवाहो। ਤਿੰਨਾਂ ਪੌੜੀਆਂ ਦੇ ਹੁਕਮ ਦੀ ਵਿਚਾਰ। ਪਹਿਲੀ ਪੌੜੀ 'ਚ ਕਹਿੰਦੇ ਨੇ ਕਿ ਹੁਕਮ ਦੀ ਰਜ਼ਾ ਵਿੱਚ ਚੱਲਣਾ। ਰਜ਼ਾ ਵਿੱਚ ਚੱਲਣ ਦਾ ਮਸਲਾ ਤੇ ਬਾਅਦ ਵਿੱਚ ਪਹਿਲੇ ਹੁਕਮ ਨੂੰ ਸਮਝਣਾ ਪਏਗਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਫਰਮਾਨ ਕਰਦੇ ਨੇ, ਕਹੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ। ਉਸਨੇ ਹੀ ਪ੍ਰਮਾਤਮਾ ਦੇ ਭੇਦ ਨੂੰ ਪਾ ਲਿਆ। ਕਿਸ ਨੇ? ਜਿਸ ਨੇ ਹੁਕਮ ਨੂੰ ਸਮਝ ਲਿਆ, ਜਿਸ ਨੇ ਹੁਕਮ ਨੂੰ ਜਾਣ ਲਿਆ। तो प्रश्न खड़ा ਹੁੰਦਾ है, हुक्म की है? वास्तविक हुक्म की है? तो दूसरी पौड़ी ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਵਿਸਤਾਰ ਨਾਲ ਦੱਸਦੇ ਨੇ ਹੁਕਮ ਦੇ ਵਿੱਚ ਕੀ ਹੋ ਰਿਹਾ, ਉਹਦੀ ਰਜ਼ਾ ਦੇ ਵਿੱਚ ਕੀ ਹੋ ਰਿਹਾ, ਉਹਦੇ ਭਾਣੇ ਦੇ ਵਿੱਚ ਕੀ ਹੋ ਰਿਹਾ। ਹੁਕਮੇ ਹੋਵਨ ਆਕਾਰ ਹੁਕਮ ਨਾ ਕਿਹਾ ਜਾਏ। ਸਾਰਾ ਆਕਾਰ ਉਸਦੇ ਹੁਕਮ ਦੇ ਵਿੱਚ ਹੈ। ਬਨਸਪਤੀ, ਸੂਰਜ, ਚੰਦ, ਤਾਰੇ, ਸਾਗਰ, ਨਦ, ਨਾਲੇ, ਪਹਾੜ, ਤਰ੍ਹਾਂ ਤਰ੍ਹਾਂ ਦੇ ਪਸ਼ੂ, ਪਕਸ਼ੀ, ਮਨੁੱਖ, ਇਹ ਸਾਰੇ ਆਕਾਰ ਉਸ ਦੀ ਬਣਾਈ ਹੋਈ ਤਰਤੀਬ ਦੇ ਚ ਨੇ, ਉਸ ਦੇ ਬਣਾਏ ਹੋਏ ਹੁਕਮ ਦੇ ਚ ਨੇ। ਇਹਦੇ ਚ ਕੋਈ ਮਨੁੱਖ ਵੱਧ ਘਟ ਨਹੀਂ ਕਰ ਸਕਦਾ। ਇਹ ਉਸੇ ਦਾ ਅਗੰਮੀ ਹੁਕਮ ਹੈ। ਜਿੱਥੇ ਸੂਰਜ ਉਸ ਦੀ ਹੁਕਮ ਨਾਲ ਬਣਿਆ ਤੇ ਚੱਲ ਰਿਹਾ, ਉੱਥੇ ਸਾਡੀ ਕਾਇਆ ਵੀ ਉਸਦੇ ਹੁਕਮ ਨਾਲ ਹੈ। ਜੈਸੇ ਅਸੀਂ ਮਕਾਨ ਬਣਾਉਂਦੇ ਹਾਂ ਤਾਂ ਮਕਾਨ ਤੋਂ ਪੁੱਛਦੇ ਨੇ ਤੂੰ ਬਣਨਾ ਵੀ ਚਾਹੁੰਦਾ ਹੈ ਕਿ ਨਹੀਂ, ਤੇਰਾ ਰੰਗ ਕੈਸਾ ਕਰੀਏ, ਬਾਰੀਆਂ ਕਿੱਥੇ ਲਾਈਏ, ਦਰਵਾਜ਼ੇ ਕਿੱਥੇ ਲਾਈਏ। ਅਸੀਂ ਐਸਾ ਮਕਾਨ ਤੋਂ ਪੁੱਛਦੇ ਨਹੀਂ। ਪਰਮਾਤਮਾ ਵੀ ਸਾਥੋਂ ਨਹੀਂ ਪੁੱਛਦਾ ਤੂੰ ਜੰਮਣਾ ਵੀ ਚਾਹੁੰਦਾ ਹੈ ਕਿ ਨਹੀਂ, ਤੂੰ ਮਰਨਾ ਵੀ ਚਾਹੁੰਦਾ ਹੈ ਕਿ ਨਹੀਂ, ਤੇਰਾ ਰੰਗ ਕੈਸਾ ਹੋਵੇ, ਰੂਪ ਕੈਸਾ ਹੋਵੇ, ਨੈਣ ਨਕਸ਼ ਕੈਸੇ ਹੋਵਨ। ਇਸ ਸਭ ਕੁਝ ਦੇ परमात्मा का अपना ही चुनाव है, साडा चुनाव नहीं है। लिहाजा आकार सारे दा सारा परमात्मा की रजा विच है। उहदी रजा अनुसार ही बनया, उहदी समझ अनुसार ही बनया। हुक्मे होवन आकार हुक्म ना कहा जाए। जितना वड्डा वो आप है इतना ही उसका हुक्म है। भाव जो कुछ भी उसने बनाया है इतना महान है कि उन्होंने नापना तोलना बड़ा औखा है। इस वास्ते उसकी रजा उसके हुक्म को भी समझना बहुत कठिन है। की कुछ उसके हुक्म दे हो रहा है और की कुछ उसके हुक्म दे होया है, इनू समझना ते जानना बड़ा औखा है। हुक्म ना कहा जाए हुक्मे होवन जी हुक्म मिले वडियाई। ये सारे जीव उसके हुक्म दे आए ने और उसकी बनाई हुई रजा के मुताबिक, हुक्म के मुताबिक कोई जीव उत्तम ने, महान ने, कोई नीच ने, कोई छोटे ने, कोई वड्डे ने, अलग अलग आकार है। हुक्म के संबंध गुरु नानक देव जी महाराज समझा रहे ने, हुक्मे होवन जी हुक्म मिले वडियाई। जीव हुक्म अनुसार उत्पन्न होए ने और इन्हों महिमा वडियाई भी उसके हुक्म अनुसार मिलती है। मोर अत्यंत सुंदर है, कौआ कुछ भी नहीं है। गौ भले मानसी दे बहुत अगे है, सूअर निखिद है। शेर बहादुरी दे बहुत अगे है, गिद्दड़ डरपोक है। बनस्पति दे चंदन सिरमौर है, किकर बिल्कुल थले है, निखिद है। इसी तरीके दे नाल मनुखा दे भी कोई उत्तम ने, महान ने, गुणवान ने, कोई थले ने, कोई थले ने। ओदी रजा नू समझ के, उसदे हुक्म नू समझ के ते मन के कोई महिमावान हो जाता है, कोई थले है। हुक्मे होवन जी हुक्म मिले वडियाई। हुक्मी उत्तम नीच हुक्म लिख दुख सुख पाइए। कोई उसकी बनाई हुई मर्यादा अनुसार उत्तम है,
ਕੋਈ ਨੀਚ ਹੈ। ਲਿਖੇ ਹੋਏ ਹੁਕਮ ਦੇ ਮੁਤਾਬਕ ਕੋਈ ਦੁਖੀ ਹੈ, ਕੋਈ ਸੁਖੀ ਹੈ।